ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਵੀਂ ਰਿਪੋਰਟ ਕਿਸਾਨਾਂ ਤੇ ਕਰਜ਼ੇ ਦੇ ਟੁੱਟੇ ਰਿਕਾਰਡ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕਿਸਾਨ ਜਿਸ ਨੂੰ ਕਿ ਅਸੀਂ ਅੰਨਦਾਤਾ ਵੀ ਕਹਿੰਦੇ ਹਾਂ, ਉਸ ਅੰਨਦਾਤੇ ਦੇ ਆਏ ਦਿਨ ਕੋਈ ਨਾ ਕੋਈ ਵਿਪਤਾ, ਕੋਈ ਨਾ ਕੋਈ ਦੁੱਖ ਦੀ ਘੜੀ ਜਿਹੜੀ ਹੈਗੀ ਦੇਖਣ ਨੂੰ ਮਿਲਦੀ ਹੈ। ਕਦੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ, ਕਦੇ ਫਸਲਾਂ ਖਰਾਬ ਹੋ ਜਾਂਦੀਆਂ ਤੇ ਹੁਣ ਹਾਲ ਦੀ ਘੜੀ ਜੇ ਦੇਖੀਏ ਤਾਂ ਹੜ੍ਹਾਂ ਕਰਕੇ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ। ਤੇ ਇਸੇ ਦੌਰਾਨ ਇੱਕ ਰਿਪੋਰਟ ਜਿਹੜੀ ਹੈਗੀ ਜਨਤਕ ਹੁੰਦੀ ਹੈ। ਉਹ ਰਿਪੋਰਟ ਇਸ਼ਾਰਾ ਕਰਦੀ ਹੈ ਵੀ ਕਿ ਕਿਸਾਨਾਂ ਦਾ ਜਿਹੜਾ ਸੰਕਟ ਹੈ ਹੋਰ ਡੂੰਘਾ ਹੋਣ ਜਾ ਰਿਹਾ ਹੈ। ਅਸੀਂ ਜਾਣਨਾ ਚਾਹਾਂਗੇ ਇਹ ਰਿਪੋਰਟ ਕੀ ਹੈ, ਇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਦੇਸ਼ ਦੇ ਕਿਸਾਨਾਂ ਦੀ ਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਤਰਾਸਦੀ ਹੈ, ਹੁਣ ਕੋਈ ਲੁਕੀ ਛੁਪੀ ਗੱਲ ਨਹੀਂ ਰਹੀ ਜੀ। ਸੈਕਿੰਡ, ਜਿਹੜੀ ਤੁਸੀਂ ਰਿਪੋਰਟ ਦੀ ਗੱਲ ਕੀਤੀ ਹੈ, ਇਹ ਰਿਪੋਰਟ ਨਾ ਤਾਂ ਪਹਿਲੀ ਰਿਪੋਰਟ ਹੈ ਤੇ ਨਾ ਹੀ ਆਖਰੀ ਰਿਪੋਰਟ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਸਰਵੇ ਰਿਪੋਰਟਾਂ ਆਉਂਦੀਆਂ ਰਹੀਆਂ ਨੇ ਜਿਹੜੀਆਂ ਇਸ਼ਾਰਾ ਕਰਦੀਆਂ ਸੀ ਕਿ ਕਿਸਾਨ ਦਾ ਜਿਹੜਾ ਸੰਕਟ ਹੈ ਡੇ ਬਾਈ ਡੇ ਉਹ ਡੀਪ ਹੁੰਦਾ ਜਾ ਰਿਹਾ ਹੈ। ਜੀ। ਲੋੜ ਇਸ ਗੱਲ ਦੀ ਕਿ ਨਾ ਤਾਂ ਕਿਸੇ ਸੈਂਟਰ ਸਰਕਾਰ ਨੇ ਤੇ ਨਾ ਸੂਬਾ ਸਰਕਾਰ ਨੇ ਕਦੇ ਇਹਨਾਂ ਰਿਪੋਰਟਾਂ ਨੂੰ, ਇਹਨਾਂ ਸਰਵੇਆਂ ਨੂੰ ਸੰਜੀਦਗੀ ਨਾਲ ਲਿਆ ਤੇ ਨਾ ਹੀ ਇਸ ਹਾਲਾਤ 'ਚੋਂ ਬਾਹਰ ਕੱਢਣ ਲਈ ਕਿਸਾਨ ਨੂੰ ਕੋਈ ਬਹੁਤੇ ਸੰਜੀਦਗੀ ਨਾਲ ਉਪਰਾਲੇ ਹੈ ਜਿਹੜੇ ਉਹ ਕੀਤੇ ਗਏ ਨੇ। ਜੀ। ਇਸੇ ਕਰਕੇ ਪੰਜਾਬ ਦਾ ਜਿਹੜਾ ਕਿਸਾਨ ਹੈ ਆਏ ਦਿਨ ਉਸ 'ਤੇ ਜਿਹੜਾ ਕਰਜ਼ ਹੈ ਉਹ ਵੱਧਦਾ ਜਾ ਰਿਹਾ ਹੈ। ਨਿੱਤ ਜਿਹੜਾ ਖੁਦਕਸ਼ੀਆਂ ਦਾ ਵਰਤਾਰਾ ਹੈ ਉਹ ਤੇਜ਼ ਹੁੰਦਾ ਜਾ ਰਿਹਾ ਹੈ। ਪਰ ਸਾਡੇ ਜਿਹੜੇ ਹੁਕਮਰਾਨ ਹੈ, ਜਿਹੜੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਕਿਸਾਨਾਂ ਦੇ ਮੁੱਦਈ ਹਾਂ, ਅਸੀਂ ਕਿਸਾਨਾਂ ਦੇ ਲਈ ਦਿਨ ਰਾਤ ਜਾਗਦੇ ਹਾਂ, ਉਹਨਾਂ ਨੇ ਕਦੇ ਇਸ ਕਿਸਮ ਦੇ ਠੋਸ ਉਪਰਾਲੇ ਜਿਹੜੇ ਕੀਤੇ ਹੋਣ ਉਹ ਸਾਡੇ ਸਾਹਮਣੇ ਨਜ਼ਰ ਨਹੀਂ ਆਉਂਦੇ। ਜੀ। ਜਿਸ ਰਿਪੋਰਟ ਦੀ ਤੁਸੀਂ ਹੁਣ ਗੱਲ ਕਰਦੇ ਹੈਗੇ ਹੋ ਉਹ ਇਹ ਹੈ ਕਿ ਨਬਾਰਡ ਅਦਾਰੇ ਨੇ ਇੱਕ ਆਪਣਾ ਅੰਕੜਾ ਕਹਿ ਲਓ ਜਾਂ ਰਿਪੋਰਟ ਕਹਿ ਲਓ ਉਹ ਪੇਸ਼ ਕੀਤੀ ਹੈ 30 ਜੂਨ ਨੂੰ। ਜੀ। ਜਿਸ ਤੋਂ ਸਾਨੂੰ ਇਹ ਸਾਬਤ ਹੁੰਦਾ ਹੈਗਾ ਕਿ ਪੰਜਾਬ ਦਾ ਕਿਸਾਨ ਦੇਸ਼ ਭਰ ਦੇ ਵਿੱਚ ਕਰਜ਼ੇ ਦੇ ਮਾਮਲੇ ਦੇ ਵਿੱਚ ਕਿੱਥੇ ਖੜਾ ਹੈ। ਜੀ। ਜਦੋਂ ਅਸੀਂ 4 ਸਾਲ ਪਿਛਾਂਹ ਚੱਲਦੇ ਹੈਗੇ ਹਾਂ ਤਾਂ ਉਦੋਂ ਵੀ ਇਸ ਤਰ੍ਹਾਂ ਦੀ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਹਦੇ ਵਿੱਚ ਇਹ ਸੀ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਕਰਜ਼ੇ ਦੇ ਮਾਮਲੇ ਦੇ ਵਿੱਚ ਤੀਜੇ ਨੰਬਰ ਦੇ ਵਿੱਚ ਸੀ। ਜੀ। ਉਦੋਂ ਕੇਰਲਾ ਤੇ ਆਂਧਰਾ ਪ੍ਰਦੇਸ਼ ਹੈ ਜਿਹੜੇ ਉਹ 1-2 ਨੰਬਰ ਤੇ ਸੀ। ਤੀਸਰੇ ਨੰਬਰ ਤੇ ਪ੍ਰਤੀ ਕਿਸਾਨ ਜਿਹੜਾ ਕਰਜ਼ਾ ਸੀਗਾ ਉਹ ਜ਼ਿਆਦਾ ਸੀਗਾ। ਜੀ। ਪਰ ਹੁਣ ਪਿਛਲੇ ਟਾਈਮਾਂ ਦੇ ਵਿੱਚ ਇਹ 4 ਸਾਲ ਦਾ ਅਰਸਾ ਬੀਤ ਚੁੱਕਿਆ ਹੈ। ਹੁਣ ਕੀ ਹੈ ਕਿ ਸਾਰੇ ਸਮੁੱਚੇ ਦੇਸ਼ ਦੇ ਵਿੱਚੋਂ ਪੰਜਾਬ ਦਾ ਕਿਸਾਨ ਅਜਿਹਾ ਕਿਸਾਨ ਹੈ ਜਿੱਥੇ ਪ੍ਰਤੀ ਕਿਸਾਨ ਜਿਹੜਾ ਕਰਜ਼ਾ ਹੈ ਉਹ ਸਭ ਤੋਂ ਜ਼ਿਆਦਾ ਹੈ। ਜੀ। ਮਤਲਬ ਅਸੀਂ ਸਮੁੱਚੇ ਮੁਲਕ ਦੇ ਵਿੱਚੋਂ ਕਰਜ਼ੇ ਦੇ ਮਾਮਲੇ ਦੇ ਵਿੱਚ ਜਿਹੜੀ ਸਾਡੀ ਕਿਸਾਨੀ ਹੈ ਉਹ ਬਿਲਕੁਲ ਸਿਖਰ ਤੇ ਆ ਗਈ ਹੈ। ਜਿਹੜੇ ਤਾਜ਼ਾ ਅੰਕੜੇ ਹੈ ਸਾਹਮਣੇ ਆਏ ਨੇ ਇਹ ਸਿਰਫ ਜਿਹੜੇ ਪ੍ਰਾਈਵੇਟ ਬੈਂਕ ਹੈ ਜਾਂ ਕੋਆਪਰੇਟਿਵ ਬੈਂਕ ਹੈ ਇਹ ਸਿਰਫ ਉਹਨਾਂ ਦਾ ਕਰਜ਼ਾ ਹੈਗਾ। ਜੀ। ਜੇ ਇਹਦੇ ਵਿੱਚ ਆਪਾਂ ਸ਼ਾਮਲ ਕਰ ਲਈਏ ਸ਼ਾਹੂਕਾਰਾਂ ਦਾ ਕਰਜ਼ਾ, ਆੜਤੀਆਂ ਦਾ ਕਰਜ਼ਾ, ਤਾਂ ਇਹ ਫਿਗਰ ਹੈ ਜਿਹੜੀ ਹੋਰ ਵੀ ਜ਼ਿਆਦਾ ਵੱਡੀ ਹੋ ਜਾਂਦੀ ਹੈਗੀ। ਜੀ। ਇਸ ਲਿਹਾਜ਼ ਨਾਲ ਦੇਖੀਏ ਕਿ ਪੰਜਾਬ ਦੇ ਵਿੱਚ ਤਕਰੀਬਨ ਕਿਸਾਨਾਂ ਤੇ 24 ਲੱਖ ਕਿਸਾਨਾਂ ਦੇ ਜਿਹੜੇ ਬੈਂਕਾਂ ਦੇ ਵਿੱਚ ਖਾਤੇ ਨੇ ਜਿਨ੍ਹਾਂ ਨੇ ਕਰਜ਼ਾ ਚੁੱਕਿਆ ਹੈ ਔਰ ਉਹਨਾਂ ਤੇ 74,000 ਕਰੋੜ ਦਾ ਕਰਜ਼ਾ ਹੈ ਉਹਨਾਂ ਦੇ ਸਿਰ ਹੈ। ਜੀ। ਜੇ ਇਹਨੂੰ ਆਪਾਂ ਔਸਤਨ ਦੇਖਣਾ ਹੋਵੇ ਪ੍ਰਤੀ ਕਿਸਾਨ ਤਾਂ ਇਹ ਕਰਜ਼ਾ 2,95,000 ਬਣ ਜਾਂਦਾ ਹੈ। ਜੀ। ਇਸ ਦਾ ਮਤਲਬ ਇਹ ਹੋਇਆ ਕਿ ਪੰਜਾਬ ਦਾ ਕਿਸਾਨ ਹੀ ਬਾਅਦ ਅਜਿਹਾ ਕਿਸਾਨ ਹੈ ਜਿੱਥੇ ਔਸਤਨ ਕਰਜ਼ਾ ਪ੍ਰਤੀ ਕਿਸਾਨ 2,95,000 ਹੈਗਾ। 3 ਲੱਖ ਦੇ ਕਰੀਬ ਹੋ ਗਿਆ, ਤਕਰੀਬਨ 3 ਲੱਖ ਕਹਿ ਸਕਦੇ ਹਾਂ। 4 ਸਾਲ ਪਹਿਲਾਂ ਜਿਹੜਾ ਇਹ ਕਰਜ਼ਾ ਸੀਗਾ ਉਹ 2,03,000 ਔਸਤਨ ਪ੍ਰਤੀ ਕਿਸਾਨ ਸੀ। ਹੁਣ ਸ਼ਾਹੂਕਾਰ ਹੈ ਪੰਜਾਬ ਦੇ ਵਿੱਚ ਤਕਰੀਬਨ 24,000 ਦੇ ਕਰੀਬ। ਜੇ ਆਪਾਂ ਉਹਨਾਂ ਦਾ ਸਾਰਿਆਂ ਦਾ ਕਰਜ਼ਾ ਜੋੜ ਲਈਏ ਜਿਹੜਾ ਕਿਤੇ ਗਿਣਤੀ ਮਿੰਤੀ 'ਚ ਨਹੀਂ ਆ ਰਿਹਾ ਤਾਂ ਕਈ ਸਰਵੇ ਇਦਾਂ ਦੇ ਵੀ ਆਏ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ 1 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈਗਾ। ਪਰ ਇਹ ਤਾਂ ਸਪਸ਼ਟ ਹੈਗਾ ਕਿ 74,000 ਕਰੋੜ ਦਾ ਕਰਜ਼ਾ ਕਿਸਾਨਾਂ ਤੇ ਇਕੱਲੇ ਬੈਂਕਾਂ ਦਾ ਹੈਗਾ। ਜੀ। ਤੇ ਜੇ ਇੱਕ 2015-16 ਦੇ ਵਿੱਚ ਐਗਰੀਕਲਚਰ ਸੈਂਸਸ ਹੋਈ ਸੀ ਜਿਹੜੀ ਲਾਸਟ ਹੋਈ ਸੀ ਜੀ, ਉਹਦੇ ਵਿੱਚ ਪੰਜਾਬ ਦੇ ਵਿੱਚ ਇਹ ਕਿਹਾ ਗਿਆ ਕਿ 10.5 ਲੱਖ ਕਿਸਾਨ ਪਰਿਵਾਰ ਨੇ। ਹੁਣ ਜੇ ਇਹਨੂੰ ਆਪਾਂ ਪਰਿਵਾਰਾਂ ਦੇ ਵਿੱਚ ਵੰਡਣਾ ਹੋਵੇ 10.5 ਲੱਖ ਦੇ ਨੇ ਤਾਂ ਇਹ ਕਰਜ਼ਾ ਪ੍ਰਤੀ ਕਿਸਾਨ ਪਰਿਵਾਰ ਜਾਂ ਹਾਊਸ ਹੋਲਡ
ਤਕਰੀਬਨ 7 ਲੱਖ ਦੇ ਨੇੜੇ ਪਹੁੰਚ ਜਾਂਦਾ ਹੈ ਜੀ। ਇਹਦਾ ਮਤਲਬ ਹੈ ਕਿ ਇੱਕ PAU ਦੀ ਸਟੱਡੀ ਵੀ ਸੀ, ਸੁਖਪਾਲ ਹੋਰਾਂ ਨੇ ਕੀਤੀ ਸੀਗੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਤਕਰੀਬਨ 80% ਤੋਂ ਉੱਪਰ ਕਿਸਾਨ ਹੈ ਜਿਹੜੇ ਉਹ ਕਰਜ਼ਈ ਨੇ, ਕਰਜ਼ੇ ਦੀ ਮਾਰ ਹੇਠ ਨੇ। ਮੈਨੂੰ ਲੱਗਦਾ ਕਿ ਜਿਹੜੀ ਵੱਡੀ ਕਿਸਾਨੀ ਹੈ ਉਹੀ ਇਹ ਤੋਂ ਬਚੀ ਹੋਏਗੀ। ਜਿਹੜੀ ਛੋਟੀ ਤੇ ਦਰਮਿਆਨੀ ਕਿਸਾਨ ਉਹਦੀ ਕਿਸਾਨੀ ਹੈ ਉਹਦੀ ਲਪੇਟ ਦੇ ਵਿੱਚ ਆਈ ਹੋਈ ਹੈ। ਇਹ ਵੀ ਰਿਪੋਰਟਾਂ ਪਿਛਲੇ ਟਾਈਮ 'ਚ ਆਈ ਹੈ ਕਿ 2 ਲੱਖ ਜਿਹੜੇ ਛੋਟੇ ਫਾਰਮਰ ਹੈ ਉਹ ਖੇਤੀ ਦੇ ਵਿੱਚੋਂ ਆਊਟ ਹੋ ਗਏ ਨੇ ਜੀ। ਹੁਣ ਜਦੋਂ ਆਪਾਂ ਦੂਸਰੇ ਸੂਬਿਆਂ ਦੀ ਗੱਲ ਕਰਦੇ ਹੈਗੇ ਆ ਤਾਂ ਸਾਡਾ ਗੁਆਂਢੀ ਸੂਬਾ ਹਰਿਆਣਾ ਹੈਗਾ ਜੀ। ਇੱਥੇ ਪ੍ਰਤੀ ਕਿਸਾਨ ਜਿਹੜਾ ਕਰਜ਼ਾ ਹੈਗਾ ਉਹ 2,11,000 ਹੈ ਔਸਤਨ, ਜਦੋਂ ਆਪਾਂ ਗੱਲ ਕਰਦੇ ਹਾਂ। ਇਸ ਤਰ੍ਹਾਂ ਵੈਸਟ ਬੰਗਾਲ ਦਾ ਇੱਕ ਕਿਸਾਨ ਦੀ ਗੱਲ ਕਰਦੇ ਹਾਂ ਤਾਂ ਉੱਥੇ 80,000 ਰੁਪਏ ਦਾ ਕਰਜ਼ਾ ਪ੍ਰਤੀ ਕਿਸਾਨ। ਇਸ ਤਰ੍ਹਾਂ ਗੁਜਰਾਤ ਦੀ ਗੱਲ ਕਰੀਏ ਤਾਂ ਉੱਥੇ 2,28,000 ਰੁਪਏ ਪ੍ਰਤੀ ਕਿਸਾਨ ਹੈ ਜਿਹੜਾ ਕਰਜ਼ਾ ਉਹਨਾਂ ਦੇ ਸਿਰ ਹੈਗਾ। ਕੇਰਲਾ ਜਿਹੜਾ ਕਿਸੇ ਵੇਲੇ ਸਾਡੇ ਨਾਲੋਂ ਵੀ ਅੱਗੇ ਸੀ, ਉੱਥੇ ਪ੍ਰਤੀ ਕਿਸਾਨ ਕਰਜ਼ਾ 1,47,000 ਦੇ ਕਰੀਬ ਬਣਦਾ ਹੈਗਾ। ਇਸ ਤਰ੍ਹਾਂ ਮੱਧ ਪ੍ਰਦੇਸ਼ ਜਿੱਥੇ ਹੁਣ ਕਣਕ ਦੀ ਪੈਦਾਵਾਰ ਹੈ ਜਿਹੜਾ ਰਕਬਾ ਵੀ ਵਧਿਆ ਤੇ ਪੈਦਾਵਾਰ ਵੀ ਵਧੀ ਹੈ ਤੇ ਹੁਣ ਪੰਜਾਬ ਨਾਲ ਦੇ ਤਕਰੀਬਨ ਮੁਕਾਬਲੇ ਦੇ ਵਿੱਚ ਆਇਆ ਹੋਇਆ। ਕਈ ਵਾਰੀ ਪੈਦਾਵਾਰ ਉੱਥੇ ਵੱਧ ਵੀ ਜਾਂਦੀ ਹੈਗੀ ਆ। ਉੱਥੇ ਜਿਹੜਾ ਕਰਜ਼ਾ ਹੈਗਾ ਉੱਥੇ 1,40,000 ਦੇ ਕਰੀਬ ਹੈ ਜਿਹੜਾ ਇਹ ਕਰਜ਼ਾ ਬਣਦਾ ਹੈਗਾ। ਸੋ ਸਮੇਂ-ਸਮੇਂ ਤੇ ਸਰਕਾਰਾਂ ਨੇ, ਕਿਉਂਕਿ ਕਰਜ਼ਾ ਜਿਹੜਾ ਉਹ ਮਜਬੂਰੀ 'ਚ ਲਿਆ ਜਾਂਦਾ ਹੈ ਜੀ ਬਿਲਕੁਲ। ਜਦੋਂ ਕਿਸਾਨ ਨੂੰ ਲੱਗਦਾ ਹੈ ਕਿ ਸਾਡੇ ਇਨਕਮ ਦੇ ਸਾਧਨ ਹੈ ਜਾਂ ਮੁਨਾਫਾ ਖੇਤੀ 'ਚੋਂ ਨਹੀਂ ਰਿਹਾ ਤਾਂ ਉਹਨੂੰ ਮਜਬੂਰੀ ਵਸ ਹੈ ਜਿਹੜਾ ਕਰਜ਼ਾ ਚੁੱਕਣਾ ਪੈਂਦਾ ਹੈਗਾ। ਸਰਕਾਰਾਂ ਨੇ ਕੀ ਰੋਲ ਪਲੇ ਕੀਤਾ? ਮੈਂ ਦੇਖਦਾ ਰਿਹਾ ਕਿ ਪਿਛਲੇ 30 ਸਾਲ ਤੋਂ ਜਿਹੜਾ ਖੇਤੀ ਦਾ ਸੰਕਟ ਹੈ ਉਹ ਸ਼ੁਰੂ ਹੋਇਆ ਸੀ ਤੇ ਹੌਲੀ-ਹੌਲੀ ਉਹ ਹੋਰ ਡੂੰਘਾ ਹੁੰਦਾ ਗਿਆ। ਇਹਦੇ ਲਈ ਵੀ ਹੋ ਸਕਦਾ ਹੈ ਕਿਸਾਨ ਵੀ ਜ਼ਿੰਮੇਵਾਰ ਹੋਣ ਤੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਔਰ ਉਹਨਾਂ ਦੀਆਂ ਬਣਾਈਆਂ ਹੋਈਆਂ ਪਾਲਿਸੀਆਂ ਵੀ ਕਿਤੇ ਨਾ ਕਿਤੇ ਇਹਦੇ ਲਈ ਜ਼ਿੰਮੇਵਾਰ ਨੇ। ਪਿਛਲੀਆਂ ਸਰਕਾਰਾਂ ਨੇ, ਮੇਰੀ ਯਾਦ ਹੈ ਕਿ ਜਦੋਂ UPA ਦੀ ਸਰਕਾਰ ਸੀ 2008 ਦੇ ਵਿੱਚ ਲਾਸਟ ਟਾਈਮ, ਉਦੋਂ ਕਿਸਾਨਾਂ ਦੇ ਕਰਜ਼ੇ ਆ ਜਿਹੜੇ ਮਾਫ ਕੀਤੇ ਗਏ ਸੀ। ਜਿੰਨੀਆਂ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਪੰਜਾਬ ਕਿਸਾਨਾਂ ਦੇ ਕਰਜ਼ੇ ਤੇ ਜਿਹੜੀ ਹੈਗੀ ਹੈ ਉਹ ਲੀਕ ਫੇਰੀ ਜਾਵੇ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਲੜ ਰਹੇ ਸੀ 2017 ਦੇ ਵਿੱਚ ਤਾਂ ਉਹਨਾਂ ਨੇ ਵੀ ਕਿਸਾਨਾਂ ਨਾਲ ਇਹ ਗੱਲ ਦਾ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਕਿਸਾਨਾਂ ਦੇ ਕਰਜ਼ੇ ਹੈ ਉਹ 90,000 ਕਰੋੜ ਦੇ ਕਹਿੰਦੇ ਸੀ, ਉਹ ਇਨਕਲੂਡ ਕਰਦੇ ਸੀ ਸ਼ਾਹੂਕਾਰਾਂ ਦਾ ਕਰਜ਼ਾ ਵੀ, ਕਿ ਅਸੀਂ ਇਹ ਤੇ ਲੀਕ ਹੀ ਫੇਰ ਦੇਣੀ ਹੈ। ਪਰ ਜਦੋਂ ਉਹ ਪ੍ਰੈਕਟੀਕਲੀ ਗੱਲ ਮਾਫੀ ਦੀ ਆਈ ਤਾਂ ਉਹਨਾਂ ਨੇ 10,000 ਕਰੋੜ ਦਾ ਜਿਹੜਾ ਪ੍ਰਬੰਧ ਕੀਤਾ ਕਰਜ਼ਾ ਮਾਫੀ ਦਾ, ਤਾਂ ਉਹਦੇ ਵਿੱਚੋਂ ਵੀ ਉਹਨਾਂ ਨੇ 5,46,000 ਕਿਸਾਨਾਂ ਦੇ ਸਿਰਫ 4,600 ਕਰੋੜ ਰੁਪਏ ਜਿਹੜੇ ਕਰਜ਼ੇ ਹੈ ਉਹ ਮਾਫ ਕੀਤੇ ਸੀ। ਉਸ ਤੋਂ ਬਾਅਦ ਹੁਣ ਸੈਂਟਰ ਸਰਕਾਰ ਹੈ, ਸੈਂਟਰ ਸਰਕਾਰ ਦੀ ਇਸ ਕਿਸਮ ਦੀ ਕੋਈ ਪ੍ਰਪੋਜ਼ਲ ਨਹੀਂ ਹੈਗੀ ਕਿ ਕਰਜ਼ਾ ਮਾਫੀ ਦਿੱਤੀ ਜਾਵੇ। ਪਰ ਇੰਨਾ ਕੁ ਜ਼ਰੂਰ ਹੈਗਾ ਆਤਿਸ਼ ਕਿ ਜਿੱਥੇ ਕਿਸਾਨ ਖੁਦਕੁਸ਼ੀਆਂ ਜ਼ਿਆਦਾ ਹੋ ਰਹੀਆਂ ਸੀਗੀਆਂ ਉਹਨਾਂ ਸਟੇਟਾਂ ਨੂੰ ਇੱਕ ਵਾਰੀ 19,000 ਕਰੋੜ ਦਾ ਪੈਕੇਜ ਹੈ ਜਿਹੜਾ ਉਹ ਜ਼ਰੂਰ ਸੈਂਟਰ ਸਰਕਾਰ ਨੇ ਦਿੱਤਾ ਸੀ। ਪਰ ਕਰਜ਼ਾ ਮਾਫੀ ਨੂੰ ਲੈ ਕੇ ਕਦੇ ਵੀ ਕੋਈ ਇਸ ਕਿਸਮ ਦੀ ਯੋਜਨਾ ਨਹੀਂ ਲਿਆਂਦੀ। ਪਿਛਲੇ ਟਾਈਮ ਜਦੋਂ ਚੋਣਾਂ ਹੋ ਰਹੀਆਂ ਸੀ ਆਪਣੇ 2022 ਦੀਆਂ, ਉਦੋਂ ਪਹਿਲਾਂ ਪ੍ਰਧਾਨ ਮੰਤਰੀ ਆਏ ਸੀ ਤਾਂ ਉਦੋਂ ਇਸ ਗੱਲ ਦਾ ਬੜਾ ਰੌਲਾ ਪਿਆ ਸੀਗਾ ਕਿ ਸੈਂਟਰ ਜ਼ਰੂਰ ਕੋਈ ਨਾ ਕੋਈ ਪੈਕੇਜ ਦੇਗਾ, ਜਾਂ ਪੰਜਾਬ ਭਾਜਪਾ ਦੇ ਵਿੱਚ ਵੀ ਇਸ ਗੱਲ ਦੀ ਗੱਲ ਚੱਲਦੀ ਰਹਿੰਦੀ ਹੈ ਕਿ ਭਾਰਤ ਸਰਕਾਰ ਅਗਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪੰਜਾਬ ਦੇ ਕਿਸਾਨਾਂ ਲਈ ਕੋਈ ਵੱਡਾ ਪੈਕੇਜ ਦਿੰਦੇ ਨੇ ਤਾਂ ਜਿਹੜੀ ਇੱਕ ਦੂਰੀ ਬਣੀ ਹੋਈ ਹੈ ਕਿਸਾਨਾਂ ਦੇ ਵਿੱਚ ਔਰ ਭਾਜਪਾ ਦੇ ਵਿੱਚ ਉਹ ਕੜੱਤਣ ਹੈ ਜਿਹੜੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਘਟ ਸਕਦੀ ਹੈਗੀ ਹੈ। ਇੱਕ NSO ਦਾ ਸਰਵੇ ਹੈਗਾ ਜਿਹਦੇ ਮੁਤਾਬਕ 2019 ਦਾ ਲੇਟੈਸਟ ਹੈਗਾ, ਹੈ ਪਿਛਲਾ 4 ਸਾਲ ਪੁਰਾਣਾ। ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਸਾਨ ਦੀ ਜਿਹੜੀ ਇਨਕਮ ਹੈ ਪ੍ਰਤੀ ਹਾਊਸ ਹੋਲਡ ਉਹ 26,701 ਹੈ, ਉਹ ਦੱਸੀ ਗਈ ਹੈ। ਹੁਣ ਇਹਨਾਂ ਦੇ ਕਾਰਨ ਆਤਿਸ਼ ਕੀ ਹੋ ਸਕਦੇ ਆ? ਕਿਸਾਨ ਇਸ ਕੰਡੀਸ਼ਨ ਤੇ ਕਿਉਂ, ਇਹਨਾਂ ਹਾਲਾਤਾਂ 'ਚ ਕਿਵੇਂ ਪੁੱਜ ਗਿਆ? ਮੈਂ ਮੁੱਖ ਮੰਤਰੀ ਜਿਹੜੇ ਮਰਹੂਮ ਰਹੇ ਨੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਅਕਸਰ ਅਸੀਂ ਸਟੇਜਾਂ ਤੋਂ ਇਹ ਗੱਲ ਕਹਿੰਦੇ ਸੁਣਦੇ ਸੀਗੇ ਕਿ ਖੇਤੀ ਦਾ ਧੰਦਾ ਹੁਣ ਲਾਹੇਵੰਦਾ ਨਹੀਂ ਰਿਹਾ। ਕੀ ਸਿਰਫ ਮੁੱਖ ਮੰਤਰੀ ਦਾ ਸਿਰਫ ਇੰਨਾ ਕਹਿ ਦੇਣਾ ਨਾਲ ਕੰਮ ਚੱਲ ਜਾਂਦਾ ਹੈਗਾ? ਪਰ ਉਹਨੂੰ ਲਾਹੇਵੰਦ ਬਣਾਉਣ ਲਈ ਕੀਤਾ ਕੀ ਗਿਆ? ਅਸੀਂ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਪੰਜਾਬ ਐਗਰੀਰੀਅਨ ਸਟੇਟ ਹੈ ਤੇ ਸਾਡੇ ਕੋਲੇ ਆਪਣੀ ਕੋਈ ਖੇਤੀ ਨੀਤੀ ਹੀ ਨਹੀਂ। ਬਿਲਕੁਲ, ਹੈਨਾ। ਨਾ ਤਾਂ ਅਮਰਿੰਦਰ ਸਿੰਘ ਨੇ ਪਿਛਲੇ 5 ਸਾਲਾਂ 'ਚ ਕੀਤਾ, ਨਾ ਉਸ ਤੋਂ ਪਹਿਲਾਂ 10 ਸਾਲ ਹੈ ਜਿਹੜਾ ਅਕਾਲੀ ਭਾਜਪਾ ਸਰਕਾਰ ਦਾ ਰਾਜ ਰਿਹਾ 10 ਸਾਲ, ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਖੇਤੀ ਨੀਤੀ ਹੈ ਜਿਹੜੀ ਉਹ ਨਹੀਂ ਬਣਾਈ ਜਾ ਸਕੀ। 2013 ਚ ਐਫਰਟਸ ਹੋਈ, 2018 ਚ ਹੋਈ, ਕਿਸੇ ਤਨ ਪਤਨ ਨਹੀਂ ਲੱਗੀ। ਹੁਣ ਮੌਜੂਦਾ ਸਰਕਾਰ ਵੀ ਕਹਿੰਦੀ ਸੀ ਕਿ ਜੂਨ ਤੱਕ ਅਸੀਂ ਇਸ ਨੂੰ ਰਿਲੀਜ਼ ਕਰ ਦਿਆਂਗੇ, ਪਰ ਅਜੇ ਵੀ ਗੱਲ ਹੈ ਜਿਹੜੀ ਉਹ ਇਸ ਤਰ੍ਹਾਂ ਹੀ ਉਹ ਲਟਕੀ ਹੋਈ ਹੈ। ਸੋ ਅਸੀਂ ਹਰੀ ਕ੍ਰਾਂਤੀ ਦੇ ਸਾਨੂੰ ਮੋਹਰੀ ਕਿਹਾ ਜਾਂਦਾ ਸੀ ਪੰਜਾਬ ਨੂੰ, ਸਾਨੂੰ ਪੰਜਾਬ ਨੂੰ ਚੁਣਿਆ ਗਿਆ ਸੀ, ਅਸੀਂ ਪ੍ਰੋਡਕਟਿਵਿਟੀ ਦੇ ਵਿੱਚ ਹਨੇਰੀ ਲਿਆਤੀ ਸੀਗੀ, ਅਸੀਂ ਸਾਰਾ ਕੁਝ ਆਪਣਾ ਦਾਅ ਤੇ ਲਾ ਕੇ ਸੈਂਟਰ ਦਾ ਜਿਹੜਾ ਇੱਕ ਤਰੀਕੇ ਨਾਲ ਢਿੱਡ ਭਰਿਆ ਸੀਗਾ।
ਪਰ ਉਹਦੇ ਬਦਲੇ 'ਚ ਸਾਨੂੰ ਕੀ ਮਿਲਿਆ? ਇਸ ਵੇਲੇ ਪੰਜਾਬ ਵੱਡੀ ਸਮੱਸਿਆ ਕਰਜ਼ੇ ਦੀ ਔਰ ਖੁਦਕੁਸ਼ੀਆਂ ਦੀ, ਦੋ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਕੋਈ ਵੀ ਸਰਕਾਰ ਆਈ ਇੱਥੇ, ਕਿਸੇ ਨੇ ਵੀ ਕਿਸਾਨੀ ਦੀ ਬਾਹ ਨਹੀਂ ਫੜੀ, ਉਹਦੇ ਲਈ ਐਫਰਟਸ ਨਹੀਂ ਹੋਈ। ਸਿਰਫ ਇੰਨਾ ਕਹਿ ਦਿੱਤਾ ਜਾਂਦਾ ਕਿ ਕਿਸਾਨਾਂ ਨੂੰ ਅਸੀਂ ਬਿਜਲੀ ਹੈ ਜਿਹੜੀ ਉਹ ਖੇਤਾਂ ਲਈ ਮੁਫਤ ਦੇਵਾਂਗੇ। ਜੀ, ਕੀ ਸਰਕਾਰਾਂ ਦਾ ਸਿਰਫ ਇੰਨਾ ਹੀ ਫਰਜ਼ ਹੈ? ਕਿਸਾਨੀ ਸਾਡੇ ਖਿੱਤੇ ਦੇ ਵਿੱਚ ਕਿੱਡਾ ਰੁਜ਼ਗਾਰ ਪੈਦਾ ਕਰਦੀ ਹੈਗੀ ਹੈ। ਹਰ ਵਾਰ ਕਿਸਾਨੀ ਵੋਟਾਂ ਪਾ ਕੇ ਸਰਕਾਰਾਂ ਬਣਾਉਂਦੀ ਹੈ, ਵੱਡਾ ਰੋਲ ਪਲੇ ਕਰਦੀ ਹੈ, ਪਰ ਬਦਲੇ ਦੇ ਵਿੱਚ ਉਹਨੂੰ ਕੀ ਮਿਲਦਾ ਹੈਗਾ? ਹਰ ਵਾਰ ਉਹਨੂੰ ਕਰਜ਼ਾ ਮਿਲਦਾ ਹੈ, ਹਰ ਵਾਰੀ ਉਹਨੂੰ ਖੁਦਕਸ਼ੀਆਂ ਮਿਲਦੀਆਂ ਨੇ। ਸੋ ਲੋੜ ਇਸ ਗੱਲ ਦੀ ਹੈਗੀ ਹੈ ਕਿ ਜਦੋਂ ਅਸੀਂ ਕਿਸਾਨ ਦੀ ਵਡਿਆਈ ਕਰਦੇ ਹਾਂ, ਜੈ ਜਵਾਨ ਜੈ ਕਿਸਾਨ ਆਖਦੇ ਹੈਗੇ ਆ, ਤਾਂ ਸਰਕਾਰਾਂ ਨੂੰ, ਚਾਹੇ ਸੂਬਾ ਸਰਕਾਰ ਹੋਵੇ ਚਾਹੇ ਭਾਰਤ ਸਰਕਾਰ ਹੋਵੇ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਵੀ ਰਿਪੋਰਟਾਂ ਆਉਂਦੀਆਂ ਨੇ ਉਦੋਂ ਸਿਰ ਜੋੜ ਕੇ ਬੈਠਣਾ ਚਾਹੀਦਾ। ਇਹਦੇ ਤੇ ਸਹਿਮਤੀ ਹੋਣੀ ਚਾਹੀਦੀ ਦੋਹਾਂ ਸਰਕਾਰਾਂ ਦੀ। ਠੀਕ ਹੈ, ਸੂਬਾ ਸਰਕਾਰ ਨਹੀਂ ਕਰ ਸਕਦੀ ਇਕੱਲੀ, ਦੋਹਾਂ ਨੂੰ ਸਿਰ ਜੋੜਨਾ ਚਾਹੀਦਾ ਕਿਸਾਨੀ ਦੇ ਮਾਮਲੇ ਵਿੱਚ, ਫੇਰ ਹੀ ਇਸ ਸਮੱਸਿਆ ਤੋਂ ਜਿਹੜੀ ਨਿਜਾਤ ਹੈ ਉਹ ਮਿਲ ਸਕਦੀ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਕਰਜ਼ਿਆਂ ਬਾਰੇ ਤਾਂ ਜਾਣਕਾਰੀ ਸਾਂਝੀ ਕੀਤੀ ਹੈ, ਪਰ ਜੇ ਕਰਜ਼ਿਆਂ ਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਵੱਡਾ ਮਸਲਾ ਹੈ ਖੁਦਕੁਸ਼ੀਆਂ ਦਾ, ਜਿਸ ਦਾ ਕਿ ਤੁਸੀਂ ਜ਼ਿਕਰ ਵੀ ਕਰਕੇ ਹਟੇ ਹੋ, ਤਾਂ ਅਸੀਂ ਇਹ ਜਾਣਨਾ ਚਾਹਾਂਗੇ ਵੀ ਕਿ ਕਈ ਸਰਕਾਰਾਂ ਆਈਆਂ ਤੇ ਚਲੀ ਗਈਆਂ, ਪਰ ਕਿਸਾਨ ਪਹਿਲਾਂ ਵੀ ਖੁਦਕੁਸ਼ੀ ਕਰ ਰਿਹਾ ਸੀ, ਪਹਿਲਾਂ ਵੀ ਕਿਸਾਨ ਮਰਨ ਲਈ ਜਿਹੜਾ ਮਜਬੂਰ ਹੋ ਰਿਹਾ ਸੀ, ਅੱਜ ਵੀ ਉਹ ਕਿਸਾਨ ਨੂੰ ਜਿਹੜਾ ਹੈਗਾ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ। ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਕਿ ਇਸ ਦੇ ਪਿੱਛੇ ਕੀ ਕਾਰਨ ਨੇ, ਜਾਂ ਸਰਕਾਰਾਂ ਇਸ ਨੂੰ ਕਿਵੇਂ ਰੋਕ ਸਕਦੀਆਂ? ਦੇਖੋ, ਖੁਦਕੁਸ਼ੀਆਂ ਦਾ ਇਹਦਾ ਮਤਲਬ ਹੈ ਕਿ ਜੇ ਖੁਦਕੁਸ਼ੀਆਂ ਜਾਰੀ ਹੈ ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਸਰਕਾਰ ਦੇ ਜਿਹੜੇ ਐਫਰਟਸ ਆ ਉਹ ਜ਼ੀਰੋ ਨੇ। ਜੀ ਬਿਲਕੁਲ। ਅੱਜ ਵੀ ਆਪਾਂ ਨਿੱਤ ਇਹੀ ਖਬਰਾਂ ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਮਿਲਦੀਆਂ ਕਿ ਫਲਾਣੇ ਥਾਂ ਫਲਾਣੇ ਪਿੰਡ ਦੇ ਕਿਸਾਨ ਨੇ ਜਿਹੜਾ ਖੁਦਕੁਸ਼ੀ ਕਰ ਲਈ। ਜਿਵੇਂ ਹੁਣ ਹੜ੍ਹਾਂ ਦੀ ਮਾਰ ਆਈ ਹੈਗੀ ਹੈ ਤਾਂ ਉੱਥੇ ਵੀ ਕਿਸਾਨ ਹੈ ਜਿਹੜਾ ਹਤਾਸ਼ ਹੋ ਕੇ ਖੁਦਕੁਸ਼ੀਆਂ ਕਰ ਰਹੇ ਨੇ। ਕਾਟਨ ਬੈਲਟ 'ਚ ਜਦੋਂ ਕੋਈ ਬਿਮਾਰੀ ਪੈ ਜਾਂਦੀ ਹੈ, ਕੋਈ ਗੁਲਾਬੀ ਸੁੰਡੀ ਪੈ ਗਈ, ਚਿੱਟੀ ਮੱਖੀ ਪੈ ਗਈ, ਉਦੋਂ ਖੁਦਕੁਸ਼ੀਆਂ ਦਾ ਰੁਝਾਨ ਹੈ ਜਿਹੜਾ ਵਧ ਜਾਂਦਾ ਹੈਗਾ। ਅਸਲ 'ਚ 1991 ਦੇ ਵਿੱਚ ਇਹਦੀ ਆਤਿਸ਼ ਸ਼ੁਰੂਆਤ ਹੋਈ ਸੀ ਕਿ ਜਦੋਂ ਕਾਟਨ ਕ੍ਰੌਪ ਹੈ ਉਹ ਕਾਟਨ ਬੈਲਟ ਦੇ ਵਿੱਚ ਫੇਲ ਹੋ ਗਈ ਸੀ ਜੀ, ਤੇ 97 'ਚ ਜਾ ਕੇ ਇਹ ਵਰਤਾਰਾ ਕਾਫੀ ਜਾ ਕੇ ਤੇਜ਼ ਹੋ ਗਿਆ ਸੀ। ਡੇਲੀ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਕੋਨੇ 'ਚ ਜਿਹੜੀ ਖੁਦਕੁਸ਼ੀ ਹੋ ਜਾਂਦੀ ਸੀ। ਉਹਦਾ ਕਾਰਨ ਇਹ ਸੀ ਕਿ ਲੰਬਾ ਅਰਸਾ ਕਿਸਾਨਾਂ ਦੇ ਜਿਹੜੇ ਲਾਗਤ ਖਰਚੇ ਹੈ, ਕਿਉਂਕਿ ਅਮਰੀਕਨ ਸੁੰਡੀ ਹੈ ਜਿਹੜੀ ਫਸਲਾਂ ਨੂੰ ਪੈਣੀ ਸ਼ੁਰੂ ਹੋ ਗਈ ਸੀਗੀ ਤੇ ਉਹ ਪੂਰੀ ਫਸਲ ਬਰਬਾਦ ਕਰ ਦਿੰਦੀ ਸੀ। ਉਹ ਤੋਂ ਬਚਾਓ ਲਈ ਕਿਸਾਨ ਕੀ ਕਰਦੇ ਸੀ? ਕੀਟਨਾਸ਼ਕਾਂ ਦਾ ਛਿੜਕਾਓ ਕਰਦੇ ਸੀਗੇ ਜੀ। ਤੇ ਹੁੰਦਾ ਕੀ ਸੀ ਅਲਟੀਮੇਟਲੀ ਕਿ ਛਿੜਕਾਅ ਵੀ 15-15 16 ਹੋ ਜਾਂਦੇ ਸੀਗੇ ਕਿ ਉਹ ਆਖਰ ਦੇ ਵਿੱਚ ਨਾ ਤਾਂ ਫਸਲ ਬਚਦੀ ਸੀ ਤੇ ਨਾ ਹੀ ਉਹਨਾਂ ਪਰਿਵਾਰਾਂ ਦੇ ਬੰਦੇ ਬਚਦੇ ਸੀਗੇ ਜੀ। ਕਰਜ਼ਾ ਚੜ ਜਾਂਦਾ ਸੀਗਾ ਤੇ ਨਵੀਂ ਫਸਲ ਦੀ ਅੱਗੇ ਤਿਆਰੀ ਦੇ ਲਈ, ਬਚਾਉਣ ਲਈ ਹੋਰ ਕਰਜ਼ਾ ਚੁੱਕਣਾ ਪੈਂਦਾ ਸੀ। ਬਿਲਕੁਲ, ਲਾਗਤ ਖਰਚੇ ਵੱਧਦੇ ਗਏ, ਜਿਹੜਾ ਖੇਤੀ ਤੋਂ ਮੁਨਾਫਾ ਸੀ ਉਹ ਘਟਦਾ ਗਿਆ, ਨਿੱਲ ਚ ਆ ਗਿਆ, ਪਾੜਾ ਵੱਧਦਾ ਗਿਆ। ਉਸ ਪਾੜੇ ਨੂੰ ਪੂਰਨ ਦੇ ਲਈ ਕਿਸਾਨ ਹੈ ਜਿਹੜਾ ਉਹ ਕਰਜ਼ਾ ਚੁੱਕਦੇ ਰਹੇ। ਇਸੇ ਕਰਕੇ ਖੁਦਕਸ਼ੀਆਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋਇਆ ਜੀ। ਲੰਬੇ ਟਾਈਮ ਤੋਂ 1991 ਤੋਂ ਆਪਾਂ ਗੱਲ ਕਰਦੇ ਹਾਂ ਤੇ ਤਕਰੀਬਨ ਦੇਖ ਲਓ 30 ਸਾਲ ਹੋ ਚੱਲੇ ਜੀ। ਬਿਲਕੁਲ, ਪਹਿਲਾਂ ਵੀ ਖੁਦਕਸ਼ੀਆਂ ਉਵੇਂ ਹੋ ਰਹੀਆਂ ਸੀ, ਅੱਜ ਵੀ ਉਵੇਂ ਹੋ ਰਹੀਆਂ ਜੀ। ਇਹਦਾ ਮਤਲਬ ਸਰਕਾਰਾਂ ਦੀ ਕਿਤੇ ਨਾ ਕਿਤੇ ਨਾਕਾਮੀ ਰਹੀ ਹੈ, ਉਹਨਾਂ ਨੇ ਇਸ ਪਾਸੇ ਉਪਰਾਲੇ ਨਹੀਂ ਕੀਤੇ। ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਸੀ, ਉਦੋਂ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿੰਦਾ ਰਿਹਾ ਕਿ ਤੁਸੀਂ ਬਸ ਆ 4 ਮਹੀਨੇ ਕੱਢ ਲਓ, ਚੋਣਾਂ ਆ ਜਾਣ ਦਿਓ, ਫਿਰ ਤੁਹਾਨੂੰ ਖੁਦਕੁਸ਼ੀ ਇਸ ਰਾਹ ਨਹੀਂ ਪੈਣਾ ਪਏਗਾ। ਬਿਲਕੁਲ, ਤੇ ਇਸ ਤਰ੍ਹਾਂ ਹੀ ਕੇਜਰੀਵਾਲ ਆ ਜਿਹੜਾ ਉਹ ਕਹਿੰਦੇ ਰਹੇ ਨੇ, ਪਰ ਕਿਸਾਨ ਤਾਂ ਅੱਜ ਵੀ ਜਿਹੜੇ ਹੈਗੇ ਨੇ ਉਹ ਖੁਦਕਸ਼ੀਆਂ ਦੇ ਰਾਹ ਪੈ ਚੁੱਕੇ ਨੇ। ਇੱਕ ਸਰਵੇ ਪੰਜਾਬ ਦੀਆਂ 3 ਯੂਨੀਵਰਸਿਟੀਆਂ ਨੇ ਕੀਤਾ ਸੀਗਾ 2000 ਤੋਂ ਲੈ ਕੇ 2015 ਸਾਲ ਦਾ ਸਰਵੇ ਸੀ। ਉਹ ਡੋਰ ਟੂ ਡੋਰ ਜਾ ਕੇ ਕੀਤਾ ਸੀ। ਉਹਦੇ ਵਿੱਚ ਆਤਿਸ਼ 16,000 ਦੇ ਕਰੀਬ ਹੈ ਜਿਹੜੇ ਕਿਸਾਨਾਂ ਦੀ ਖੁਦਕਸ਼ੀ ਦੇ ਮਾਮਲੇ ਸਾਹਮਣੇ ਆਏ ਸੀ ਜੀ। ਇੱਕ ਸਕੀਮ ਸ਼ੁਰੂ ਕੀਤੀ ਕਿਸਾਨਾਂ ਨੂੰ ਕੰਪਨਸੇਟ ਕਰਨ ਦੇ ਲਈ। ਬਿਲਕੁਲ, ਕੈਪਟਨ ਕਮਲਜੀਤ ਸਿੰਘ ਜਦੋਂ ਵਿੱਤ ਮੰਤਰੀ ਹੁੰਦੇ ਸੀ ਤਾਂ ਉਹਨਾਂ ਨੇ ਪਹਿਲੀ ਵਾਰ ਬਜਟ ਦੇ ਵਿੱਚ 2000 ਸ਼ਾਇਦ 1-2 ਵਾਲਾ ਬਜਟ ਸੀਗਾ, ਉਹਦੇ ਵਿੱਚ 1 ਲੱਖ ਰੁਪਇਆ ਉਹਨਾਂ ਨੇ ਕਿਹਾ ਸੀ ਕਿ ਅਸੀਂ ਮੁਆਵਜ਼ਾ ਦੇਵਾਂਗੇ। ਫਿਰ ਇਹ ਹੋਇਆ ਕਿ ਜੀ ਪਹਿਲਾਂ ਆਪਾਂ ਅਸੈਸ ਕਰਾ ਲਈ ਕਿੰਨੀਆਂ ਖੁਦਕਸ਼ੀਆਂ ਹੋਈਆਂ। ਆਤਿਸ਼ ਯਕੀਨ ਕਰਨ ਨਹੀਂ ਆਉਂਦਾ ਕਿ ਦੇਖੋ ਇੰਨੇ ਸਾਲਾਂ ਦੇ ਵਿੱਚ ਖੁਦਕਸ਼ੀਆਂ ਹੁੰਦੇ ਨਹੀਂ, ਅਸੀਂ ਸਰਵੇ ਦੇ ਵਿੱਚ 15 ਸਾਲ ਲਗਾ ਦਿੱਤੇ ਜੀ। ਬਿਲਕੁਲ, ਉਸ ਤੋਂ ਬਾਅਦ ਅਸੀਂ ਤੈਅ ਕੀਤਾ ਕਿ 2 ਲੱਖ ਦੇਵਾਂਗੇ, ਫਿਰ ਉਹ ਮੁਆਵਜ਼ਾ ਵਧਾ ਕੇ 3 ਲੱਖ ਕਰ ਦਿੱਤਾ। ਹੁਣ ਕੀ ਹੈ, ਜਦੋਂ ਕਿਸੇ ਦਾ ਕਿਸਾਨ ਪਰਿਵਾਰ ਦਾ ਕੋਈ ਜੀ ਚਲਾ ਜਾਂਦਾ ਹੈ ਜਾਂ ਮਜ਼ਦੂਰ ਦਾ ਜੀ ਚਲਾ ਜਾਂਦਾ ਹੈ ਤਾਂ ਉਹ ਅੱਗੇ ਇੱਕ ਕਮੇਟੀ ਬਣਦੀ ਹੈ ਡਿਸਟ੍ਰਿਕਟ ਲੈਵਲ ਤੇ, ਉਹਨਾਂ ਕੋਲੇ ਐਪਲੀਕੇਸ਼ਨ ਦਿੰਦੇ ਆ। ਉਹਦੇ ਵਿੱਚ ਬਹੁਤ ਸਾਰੇ ਕੇਸ ਹੈ ਜਿਹੜੇ ਰਿਜੈਕਟ ਹੋ ਜਾਂਦੇ ਨੇ ਜੀ। ਉਹਦੇ ਵਿੱਚ ਜਿਹੜਾ ਕੰਪਨਸੇਸ਼ਨ ਹੈ ਜਿਹੜਾ ਇਹ ਮਿਲਦਾ ਹੀ ਨਹੀਂ। ਇਸ ਕਰਕੇ ਜਿਹੜੀ ਇੱਕ ਆਰਜੀ ਰਾਹਤ ਦੇਣੀ ਹੁੰਦੀ ਹੈ, ਢਾਰਸ ਦੇਣੀ ਹੁੰਦੀ, ਜਿਹਦੇ ਪਰਿਵਾਰ ਦਾ ਹਾਲਾਂਕਿ 3 ਲੱਖ ਕੋਈ ਇੱਕ ਜ਼ਿੰਦਗੀ ਦੇ ਪਿੱਛੇ ਕੀ ਉਹਦਾ ਕੋਈ ਮਾਣੇ ਨਹੀਂ ਰੱਖਦਾ ਜੀ। ਬਿਲਕੁਲ ਬਿਲਕੁਲ, ਪਰ ਉਹਦੇ ਵਿੱਚ ਫਿਰ ਵੀ ਉਹ ਵੀ ਸਮੇਂ ਸਿਰ ਨਹੀਂ ਮਿਲਦਾ ਕਿਸਾਨਾਂ ਨੂੰ। ਇਸ ਕਰਕੇ ਇਹ ਵਰਤਾਰਾ
ਡੇ ਬਾਈ ਡੇ ਹੈ ਜਿਹੜਾ ਤੇਜ਼ ਹੋ ਰਿਹਾ ਔਰ ਇਸ ਵਰਤਾਰੇ ਦੇ ਦੌਰਾਨ ਹੀ ਚਾਹੇ ਉਹ ਸ਼ਾਹੂਕਾਰ ਸੀ, ਉਹਨਾਂ ਨੇ ਵੀ ਦੋਨੇ ਹੱਥੀਂ ਲੁੱਟਿਆ ਕਿਸਾਨਾਂ ਨੂੰ। ਉਹਨਾਂ ਨੂੰ ਲੱਗਿਆ ਕਿ ਕਿਸਾਨ ਨਪੀੜਿਆ ਹੋਇਆ, ਇਹਦੇ ਕੋਲੇ ਕੋਈ ਹੁਣ ਹੋਰ ਕੋਈ ਚਾਰਾ ਨਹੀਂ ਜੀ, ਤੇ ਉਹਨਾਂ ਨੇ ਵੱਧ ਤੋਂ ਵੱਧ ਰੇਟ ਆਫ ਇੰਟਰਸਟ ਲਾਇਆ ਕਰਜ਼ੇ ਦੇ ਉੱਪਰ। ਜੀ, ਸਰਕਾਰਾਂ ਦੇ ਵਿੱਚ ਬੈਠੇ ਸੀ, ਉਹਨਾਂ ਨੂੰ ਲੱਗਿਆ ਕਿ ਇਹ ਮੌਕਾ ਹੈਗਾ। ਉਹਨਾਂ ਨੇ ਨਕਲੀ ਦਵਾਈਆਂ, ਕੀਟਨਾਸ਼ਕ, ਨਕਲੀ ਖਾਦਾਂ ਸਪਰੇਹਾਂ ਦਾ ਜਿਹੜਾ ਦੌਰ ਹੈ ਉਹ ਵੀ ਜਾਰੀ ਰਿਹਾ। ਜੀ, ਔਰ ਸਾਡਾ ਖੇਤੀ ਮਹਿਕਮਾ ਵੀ ਚੁੱਪ ਰਿਹਾ। ਖੇਤੀ ਮਹਿਕਮੇ ਨੇ ਆਪਣਾ ਰੋਲ ਕਿੱਥੇ ਪਲੇ ਕੀਤਾ ਹੈਗਾ? ਖੇਤੀ ਮਹਿਕਮੇ 'ਚ ਅੱਜ ਕਿਸਾਨਾਂ ਦਾ 0% ਭਰੋਸਾ ਹੈਗਾ। ਜੀ, ਜੇ ਭਰੋਸਾ ਹੁੰਦਾ ਤਾਂ ਖੇਤੀ ਅਫਸਰਾਂ ਦੇ ਆਖੇ ਲੱਗ ਕੇ ਕਿਸਾਨ ਉਸ ਤਰ੍ਹਾਂ ਹੀ ਆਪਣੀ ਵਾਹੀ ਕਰਦੇ। ਅੱਜ ਕਿਸਾਨ ਸ਼ਾਹੂਕਾਰ ਦੇ ਆਖੇ ਕਿਉਂ ਲੱਗਦਾ ਹੈਗਾ? ਜੀ, ਕਿਤੇ ਨਾ ਕਿਤੇ ਕਮੀ ਤਾਂ ਹੈਗਾ। ਇਸ ਕਰਕੇ ਇਹ ਕ੍ਰੈਡੀਬਿਲਿਟੀ ਹੈ ਜਿਹੜੀ ਖੇਤੀ ਮਹਿਕਮੇ ਨੂੰ ਬਣਾਉਣੀ ਪਏਗੀ। ਉਹ ਤਾਂ ਹੀ ਬਣੇਗੀ ਜੇ ਖੇਤੀ ਮਹਿਕਮੇ ਦੇ ਅਫਸਰ ਡੀਲਰਾਂ ਦੀਆਂ ਜੇਬਾਂ ਤੇ ਨਿਗਾਹ ਰੱਖਣ ਦੀ ਥਾਂ ਕਿਸਾਨਾਂ ਦੇ ਭਵਿੱਖ ਤੇ ਨਿਗਾਹ ਰੱਖਣਗੇ ਜੀ, ਕਿ ਇਹਨਾਂ ਦੇ ਪ੍ਰਤੀ ਸਾਡੀ ਕੋਈ ਡਿਊਟੀ ਬਣਦੀ ਹੈਗੀ ਹੈ। ਸੋ ਖੇਤੀ ਮਹਿਕਮੇ ਦਾ ਵੀ ਰੋਲ ਇੱਕ ਵੱਡਾ ਬਣਦਾ ਜਿਹੜਾ ਨਿਭਾਉਣ ਦੇ ਵਿੱਚ ਇਹ ਮਹਿਕਮਾ ਫੇਲ ਰਿਹਾ ਹੈ। ਜੀ। ਚਰਨਜੀਤ ਜੀ, ਅਸੀਂ ਇੱਕ ਚੀਜ਼ ਹੋਰ ਜਾਣਨੀ ਚਾਹਾਂਗੇ ਵੀ ਕਿਸਾਨ ਇਸ ਸਮੇਂ ਜਿਹੋ ਜਿਹੇ ਸੰਕਟ ਨੂੰ ਦੇ ਵਿੱਚ ਜੂਝ ਰਿਹਾ ਹੈ, ਤਾਂ ਇਸ ਸੰਕਟ 'ਚ ਜੇਕਰ ਕਿਸਾਨੀ ਨੂੰ ਬਾਹਰ ਕੱਢਣਾ ਹੋਵੇ ਤਾਂ ਸਰਕਾਰਾਂ ਨੂੰ ਕੀ ਕੁਝ ਕਰਨਾ ਪਏਗਾ? ਕਿਹੋ ਜਿਹੀ ਰਣਨੀਤੀ ਅਖਤਿਆਰ ਕਰਨੀ ਪਏਗੀ? ਜਾਂ ਜਿਹੜੀ ਤੁਸੀਂ ਖੇਤੀ ਨੀਤੀ ਦੀ ਗੱਲ ਕੀਤੀ ਹੈ, ਉਸ ਨੀਤੀ 'ਚ ਕੀ ਕੁਝ ਨਵਾਂ ਹੋਣਾ ਚਾਹੀਦਾ ਹੈ? ਦੇਖੋ, ਦੇਰ ਆਏ ਦਰੁਸਤ ਆਏ ਵਾਲੀ ਗੱਲ ਹੋ ਸਕਦੀ ਹੈਗੀ ਹੈ ਕਿ ਦੇਖੋ ਹੁਣ ਵੀ ਨਵੀਂ ਖੇਤੀ ਨੀਤੀ ਬਣ ਰਹੀ ਹੈਗੀ ਹੈ। ਜੇ ਇਹਨੂੰ ਅਸੀਂ ਇੱਕ ਪੋਲੀਟੀਕਲ ਬਿਆਨਬਾਜ਼ੀ ਤੋਂ ਪਾਸੇ ਰੱਖ ਕੇ ਸੱਚਮੁੱਚ ਕਿਸਾਨਾਂ ਦੇ ਹਮਦਰਦ ਦੇ ਤੌਰ ਤੇ ਤਿਆਰ ਕਰਨੀ ਚਾਹਾਂਗੇ ਤਾਂ ਪਿੱਛੇ ਕਿਸਾਨ ਮਿਲਣੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀਆਂ ਵੀ ਹੈਗੀਆਂ ਜੀ, ਬਿਲਕੁਲ। ਔਰ ਪ੍ਰੋਫੈਸਰ ਸੁਖਪਾਲ ਸਿੰਘ ਇਹਦੇ ਹੁਣ ਜਿਹੜੇ ਖੇਤੀ ਕਮਿਸ਼ਨ ਹੈਗੇ ਉਹਦੇ ਚੇਅਰਮੈਨ ਨੇ, ਜਿਹੜੇ ਇਹ ਪਾਲਿਸੀ ਇੱਕ ਕਮੇਟੀ ਬਣੀ ਹੈ ਉਹ ਤਿਆਰ ਕਰ ਰਹੇ ਆ। ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਰਾਏ ਕਰ ਰਹੇ ਨੇ। ਬਹੁਤ ਜਿਹੜੇ ਹਾਰਡ ਸਟੈਪ ਹੈ ਆਤਿਸ਼, ਉਹ ਸਾਨੂੰ ਲੈਣੇ ਪੈਣਗੇ ਕਿਉਂਕਿ ਸਾਡੇ ਖੇਤੀ ਲਾਗਤਾਂ ਜਿਹੜੀਆਂ ਡੇ ਬਾਈ ਡੇ ਜਿਵੇਂ ਖਾਦਾਂ ਦੀਆਂ ਕੀਮਤਾਂ ਵੱਧ ਗਈਆਂ ਨੇ, ਇਸ ਤਰ੍ਹਾਂ ਹੋਰ ਖਰਚੇ ਵੱਧ ਗਏ ਨੇ। ਨਾਨ ਐਗਰੀਕਲਚਰ ਖਰਚੇ ਹੈ ਜਿਹੜੇ ਕਿਸਾਨਾਂ ਦੇ ਉਹ ਵੱਧਦੇ ਨੇ। ਹੁਣ ਜਿਵੇਂ ਆਪਾਂ ਇੱਕ ਕਹਿ ਦਈਏ ਸਟੱਡੀ ਵੀਜ਼ੇ ਦਾ ਰੁਝਾਨ ਹੈ ਜੀ, ਇਹਦੇ ਵਿੱਚ ਬਹੁਤ ਸਾਰੇ ਕਿਸਾਨ ਫਾਰਮਰ ਹੈ, ਛੋਟੀ ਕਿਸਾਨੀ, ਦਰਮਿਆਨੀ ਕਿਸਾਨੀ ਹੈ, ਉਹ ਕਰਜ਼ਾ ਚੁੱਕਦੀ ਹੈ। ਬਿਲਕੁਲ। ਇਸ ਕਰਕੇ ਜਿਹੜੀ ਰਿਪੋਰਟ ਸਾਹਮਣੇ ਹੀ ਹੋ ਸਕਦਾ ਹੈ ਇਹ ਵੀ ਇੱਕ ਉਹਦੇ ਵਿੱਚ ਫੈਕਟਰ ਹੋਵੇ। ਜੀ, ਹੋ ਸਕਦਾ ਹਨਾ, ਹੋ ਸਕਦਾ। ਜਾਂ ਖੇਤੀ ਦਾ ਇੱਕ ਮਾਡਲ ਹੈ ਜਿਹੜਾ ਉਹ ਚੇਂਜ ਕਰਨਾ ਪਏਗਾ। ਅਸੀਂ ਹੁਣ ਤੱਕ ਸਿਰਫ ਇੱਕ ਕਮਰਸ਼ੀਅਲ ਕ੍ਰੌਪ ਹੈ ਸਾਡੇ ਕੋਲੇ, ਵੀਟ ਤੇ ਪੈਡੀ, ਅਸੀਂ ਟੋਟਲੀ ਉਹ ਤੇ ਨਿਰਭਰ ਹਾਂ। ਔਰ ਕਿਸਾਨ ਇੰਨੇ ਕਰਜ਼ੇ ਦੇ ਵਿੱਚ ਡੁੱਬੇ ਹੋਏ ਨੇ, ਕੋਈ ਨਵਾਂ ਐਕਸਪੈਰੀਮੈਂਟ ਕਰ ਨਹੀਂ ਸਕਦੇ ਜੀ। ਸਾਨੂੰ ਬਦਲ ਸਾਡੀਆਂ ਸਰਕਾਰਾਂ ਨੇ ਕੋਈ ਨਹੀਂ ਦਿੱਤਾ। ਅਸੀਂ ਇਸ ਗੇੜ ਦੇ ਵਿੱਚ ਕੀ ਖੱਟਿਆ? ਅਸੀਂ ਕਿਸਾਨਾਂ ਨੇ ਆਪਣੇ ਖੇਤ ਬਰਬਾਦ ਕਰ ਲਏ, ਖੇਤੀ ਦੀ ਸਿਹਤ ਖਰਾਬ ਕਰ ਲਈ, ਕਿਸਾਨਾਂ ਨੇ ਆਪਣੀ ਸਿਹਤ ਖਰਾਬ ਕਰ ਲਈ, ਵਾਤਾਵਰਨ ਆਪਣਾ ਖਰਾਬ ਕਰ ਲਿਆ। ਸਾਰਾ ਕੁਝ ਅਸੀਂ ਆਪਣਾ ਦਾਅ ਤੇ ਲੱਗ ਕੇ ਫਿਰ ਵੀ ਸਾਡੇ ਪੱਲੇ ਕਰਜ਼ਾ ਹੈ ਤੇ ਖੁਦਕੁਸ਼ੀ ਹੈਗੀ। ਬਿਲਕੁਲ। ਤਾਂ ਇਹਦੇ ਚੋਂ ਕੱਢਣ ਦੇ ਲਈ ਸਾਨੂੰ ਖੇਤੀ ਦਾ ਕੋਈ ਨਵਾਂ ਮਾਡਲ ਹੈ ਜਿਹੜਾ ਉਹ ਡਿਵੈਲਪ ਕਰਨਾ ਪਏਗਾ ਕਿ ਜਿਹੜਾ ਕੁਦਰਤ ਪੱਖੀ ਹੋਵੇ, ਕਿਸਾਨ ਦੇ ਪੱਖੀ ਹੋਵੇ। ਠੀਕ ਹੈ, ਖੇਤੀ ਬਨਸਪੰਨਤਾਂ ਦੀ ਅਸੀਂ ਗੱਲ ਕਰਦੇ ਹਾਂ। 23 ਫਸਲਾਂ ਤੇ ਸਾਨੂੰ MSP ਦਿੱਤੀ ਜਾ ਰਹੀ ਹੈ। ਕਿਹੜੀਆਂ ਕ੍ਰੌਪ ਪੰਜਾਬ ਦੇ ਲਈ ਲਾਹੇਵੰਦ ਹੋ ਸਕਦੀਆਂ? ਹਾਰਟੀਕਲਚਰ ਦੇ ਵਿੱਚ ਕਿਵੇਂ ਲਿਜਾਇਆ ਜਾ ਸਕਦਾ ਹੈ? ਜਿਹੜੀ MSP ਹੈ ਉਹਨੂੰ ਯਕੀਨੀ ਬਣਾਓ। ਜਿਸ ਤਰ੍ਹਾਂ ਅਸੀਂ ਲੜਾਈ ਲੜੀ ਹੈ ਦਿੱਲੀ ਦੇ ਵਿੱਚ, ਉੱਥੇ ਵੀ ਸਹੀ ਕਿ ਲੀਗਲ ਗਰੰਟੀ ਦਿੱਤੀ ਜਾਵੇ। ਅਸੀਂ ਕੇਂਦਰ ਸਰਕਾਰ ਕਹਿੰਦੀ ਕਿ MSP ਦੇ ਤਾਂ ਰਹੇ ਹਾਂ। ਮੈਂ ਕਾਟਨ ਬੈਲਟ 'ਚ ਹੁਣ ਤੱਕ ਦੇਖਦਾ ਆ ਰਿਹਾ ਕਿ MSP ਦਿੱਤੀ ਤਾਂ ਕੀ ਕਰਾਂਗੇ ਜੇ ਘੱਟ ਵਿਕਣਾ ਉਹ ਤੋਂ। ਸਰਕਾਰ ਨੇ ਖਰੀਦ ਹੀ ਨਹੀਂ ਕਰਨੀ। ਇੱਥੇ ਮੱਕੀ ਦੀ ਗੱਲ ਚੱਲਦੀ ਹੈ, ਮੂੰਗੀ ਦੀ ਗੱਲ ਚੱਲਦੀ ਹੈ, ਸੂਰਜਮੁਖੀ ਹੋ ਗਈ। ਹਰਿਆਣਾ ਦੇ ਵਿੱਚ ਵੀ ਇਦਾਂ ਹੀ ਵਰਤਾਰਾ ਜਿਹੜਾ ਚੱਲਦਾ ਰਹਿੰਦਾ ਹੈ। ਤਾਂ ਸਾਨੂੰ ਇਹ ਜਿਹੜੀਆਂ ਇੱਕ ਤਾਂ ਯਕੀਨੀ ਬਣਾਉਣਾ ਪਏਗਾ ਕਿ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ ਤਾਂ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ। ਪਹਿਲਾਂ ਤਾਂ ਇਹ ਯਕੀਨ ਹੈ, ਫਿਰ ਕੁਦਰਤੀ ਆਫਤਾਂ ਪੈ ਜਾਂਦੀਆਂ ਸਾਨੂੰ। ਅਸੀਂ ਅਜੇ ਤੱਕ ਪੰਜਾਬ ਦੇ ਵਿੱਚ ਫਸਲ ਬੀਮਾ ਯੋਜਨਾ ਜਿਹੜੀ ਉਹ ਲਾਗੂ ਨਹੀਂ ਕਰ ਸਕੇ। ਹੁਣ ਜਿਵੇਂ ਕੇਂਦਰੀ ਟੀਮ ਅੱਜ ਕੱਲ੍ਹ ਆਈ ਹੋਈ, ਸੈਕੰਡ ਡੇ ਆ ਉਹਨਾਂ ਦਾ, ਉਹਨਾਂ ਨੇ ਵੀ ਅਸੈਸ ਕਰ ਲੈਣਾ। ਉਹਨਾਂ ਦੀ ਵੀ ਇੱਕ ਨੋਰਮਸ ਹੈ ਫਿਕਸ। ਉਹ ਪ੍ਰਤੀ ਏਕੜ ਨੁਕਸਾਨ ਤਾਂ ਸਾਡਾ ਜ਼ਿਆਦਾ ਹੋਇਆ ਹੁੰਦਾ ਹੈ, ਉਹਦਾ ਮਿਲਦਾ ਸਾਨੂੰ ਲਗੂਣਾ। ਬਿਲਕੁਲ, ਉਹਦੀ ਭਰਪਾਈ ਨਹੀਂ ਹੁੰਦੀ। ਚਾਹੇ ਸਰਕਾਰ ਨੇ ਕਿਹਾ ਕਿ ਅਸੀਂ ਹੁਣ ਆਪਣੀ ਨਵੀਂ ਫਸਲ ਬੀਮਾ ਯੋਜਨਾ ਲੈ ਕੇ ਆਵਾਂਗੇ, ਕੋਆਪਰੇਟਿਵ ਖੇਤੀ ਹੈ ਜਿਹੜੀ ਉਹ ਸ਼ੁਰੂ ਕੀਤੀ ਜਾ ਸਕਦੀ ਹੈਗੀ ਹੈ। ਤੇ ਇੰਪਲਾਇਮੈਂਟ, ਨਾਨ ਐਗਰੀਕਲਚਰ ਇੰਪਲਾਇਮੈਂਟ ਹੈ ਦੇ ਕੇ ਉਹਨੂੰ ਵੀ, ਕਿਉਂਕਿ ਖੇਤੀ ਜਿਵੇਂ ਅਸੀਂ ਕਹਿੰਦੇ ਲਾਹੇਵੰਦ ਨੇ। ਇੱਕ ਪਰਿਵਾਰ ਦੇ ਵਿੱਚ ਇੱਕ ਜੀਅ ਵੀ ਜੇ ਨੌਕਰੀ ਕਰਦਾ ਹੈ ਤੇ ਨਾਲ ਖੇਤੀ ਕਰਦਾ ਹੈ ਤਾਂ ਉਹਦੀ ਕਾਫੀ ਹੱਦ ਤੱਕ ਹੈ ਜਿਹੜੀ ਭਰਪਾਈ ਹੋ ਸਕਦੀ ਹੈ। ਪ੍ਰੋਸੈਸਿੰਗ ਯੂਨਿਟ, ਰੂਰਲ ਜਿਹੜੀ ਇੰਡਸਟਰੀ ਹੈ ਉਹਨੂੰ ਤੁਹਾਨੂੰ ਕਾਇਮ ਕਰਨਾ ਪਏਗਾ। ਕੋਆਪਰੇਟਿਵ ਖੇਤੀ ਕਰਕੇ ਅਸੀਂ ਬਹੁਤ ਤਰ੍ਹਾਂ ਦੇ ਖਰਚੇ ਹੈ ਜਿਹੜੀ ਘਟਾ ਸਕਦੇ ਹਾਂ। ਜਿਵੇਂ ਖੇਤੀ ਮਸ਼ੀਨਰੀ ਬਾਰੇ ਇਹ ਕਿਹਾ ਜਾਂਦਾ ਕਿ ਸਾਡੇ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ, ਜਿੰਨੀ ਸਾਨੂੰ ਲੋੜ ਨਹੀਂ। ਇਸ ਤਰ੍ਹਾਂ ਸਾਡੇ ਪਾਣੀ ਡੂੰਘੇ ਹੋਏ ਨੇ। ਪੰਜਾਬ ਦਾ ਕਿਸਾਨ ਬਹੁਤ ਵੱਡਾ ਖਰਚਾ ਜਿਹੜਾ ਹਰ ਸਾਲ ਪਾਣੀ ਡੂੰਘਾ ਜਾਣ ਕਰਕੇ ਨਵਾਂ ਬੋਰ ਕਰਨ ਤੇ ਲੱਗ ਜਾਂਦਾ ਹੈ। ਬਿਲਕੁਲ। ਪਾਈਪਾਂ ਦਾ ਖਰਚਾ, ਨਵੇਂ ਮੱਛੀ ਮੋਟਰਾਂ ਦੇ ਖਰਚੇ,
ਆ ਪਿੱਛੇ ਇੱਕ ਡਾਟਾ ਪਾਵਰਕੌਮ ਦਾ ਆਇਆ ਸੀ ਕਿ ਕਿੰਨੇ ਹਾਰਸ ਪਾਵਰ ਹੈ ਜਿਹੜੇ ਉਹ ਵਾਧਾ ਹੋਇਆ ਹੈ ਨਾ, ਮੋਟਰਾਂ ਦੀ ਪਾਵਰ ਵਧਾਉਣੀ ਪੈ ਰਹੀ ਹੈ, ਉਹ ਵੀ ਇੱਕ ਖਰਚਾ ਹੈ। ਸਟੱਡੀ ਵੀ ਜਿਹੜਾ ਇਸ ਤਰ੍ਹਾਂ ਆਪਾਂ ਚਾਹੇ ਮੰਨੀਏ ਚਾਹੇ ਨਾ ਮੰਨੀਏ, ਜਿਹੜੇ ਸੋਸ਼ਲ ਫੰਕਸ਼ਨ ਹੁੰਦੇ ਆ ਕਿਸਾਨ ਤਾਂ ਉਹ ਵੀ ਕਰਜ਼ਾ ਚੁੱਕ ਕੇ ਕਰਦੇ ਨੇ ਜੀ। ਇਸ ਕਰਕੇ ਬਹੁਤ ਸਾਰੇ ਸਟੈਪ ਹੈ ਜਿਹੜੇ ਮਾਰਾਂ ਦੇ ਰਾਏ ਮਸ਼ਵਰਾ ਕਰਕੇ ਜਿਹੜੇ ਇਕਨੋਮਿਸਟ ਹੈਗਾ ਉਹ ਸਰਕਾਰ ਨੂੰ ਲੈਣੇ ਚਾਹੀਦੇ। ਹੁਣ ਵੀ ਜੇ ਨਵੀਂ ਖੇਤੀ ਨੀਤੀ ਬਣ ਰਹੀ ਹੈ, ਇਹਦੇ ਵਿੱਚ ਚਾਹੇ ਥੋੜਾ ਟਾਈਮ ਹੋਰ ਲਾ ਸਕਦੀ ਹੈ ਸਰਕਾਰ, ਪਰ ਇਹਦੇ ਵਿੱਚ ਇਸ ਕਿਸਮ ਦੇ ਸਾਰੇ ਅਲਟਰਨੇਟਿਵ ਕਿਸਾਨਾਂ ਦੇ ਸਾਹਮਣੇ ਹੋਣੇ ਚਾਹੀਦੇ, ਤਾਂ ਹੀ ਕਿਸਾਨਾਂ ਦਾ ਜਿਹੜਾ ਕਰਜ਼ੇ ਤੋਂ ਵੀ ਖੜਾ ਛੁੱਟੇਗਾ, ਤਾਂ ਹੀ ਜਿਹੜੇ ਖੁਦਕੁਸ਼ੀਆਂ ਦਾ ਰਾਹ ਹੈ ਜਿਹੜਾ ਉਹ ਬੰਦ ਹੋਏਗਾ ਜੀ। ਇਹ ਸਨ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।